ਵਿਨਿੰਗ ਪੰਜਾਬ ਦਾ ਸਪੈਸ਼ਲ ਪ੍ਰੋਗਰਾਮ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਲਖਵਿੰਦਰ ਸਿੰਘ ਮਾਨ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਰਾਜਨੀਤੀ ਦੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਜਿੱਥੇ ਗੱਲ ਕਰਾਂਗੇ ਅੱਜ ਦੇ ਪੰਜਾਬ ਵਿਧਾਨ ਸਭਾ ਦੇ ਵਿੱਚ ਇੱਕ ਦਿਨ ਦੇ ਸਪੈਸ਼ਲ ਇਜਲਾਸ ਦੀ, ਉੱਥੇ ਹੀ ਇਸ ਇਜਲਾਸ ਤੋਂ ਬਾਅਦ ਕਿਸ ਤਰ੍ਹਾਂ ਦਾ ਪ੍ਰਤੀਕਰਮ ਗੁਆਂਢੀ ਸੂਬੇ ਹਰਿਆਣੇ ਵਿੱਚ ਦੇਖਣ ਨੂੰ ਮਿਲਿਆ ਹੈ, ਉਸ ਬਾਰੇ ਵੀ ਗੱਲਬਾਤ ਕਰਾਂਗੇ। ਕਿਉਂ ਇਸ ਜੋ ਪ੍ਰਸਤਾਵ ਅੱਜ ਵਿਧਾਨ ਸਭਾ ਦੇ ਵਿੱਚ ਪਾਸ ਪੰਜਾਬ ਵੱਲੋਂ ਕੀਤਾ ਗਿਆ, ਉਸ ਦੇ ਉੱਪਰ ਆਖਰ ਆਪੱਤੀ ਕਿਉਂ ਹਰਿਆਣੇ ਨੂੰ, ਕੀ ਹਰਿਆਣੇ ਦੇ ਮੁੱਖ ਮੰਤਰੀ ਦਾ ਬਿਆਨ ਆਇਆ, ਸਾਰੇ ਗੱਲਬਾਤ ਕਰਾਂਗੇ। ਤੇ ਇਸ ਪ੍ਰੋਗਰਾਮ ਵਿੱਚ ਗੱਲਬਾਤ ਕਰਾਂਗੇ ਉਸ ਗਰੰਟੀ ਦੀ ਜਿਸ ਗਰੰਟੀ ਨੂੰ ਲੈ ਕੇ ਭਗਵੰਤ ਮਾਨ ਦੀ ਸਰਕਾਰ ਬੁਰੀ ਤਰੀਕੇ ਨਾਲ ਘਿਰੀ ਹੈ, ਵਿਰੋਧੀ ਧਿਰਾਂ ਦੇ ਨਿਸ਼ਾਨੇ ਦੇ ਉੱਪਰ ਹੈ। ਕਿਹੜੀ ਉਹ ਗਰੰਟੀ, ਉਸ ਬਾਰੇ ਵੀ ਗੱਲਬਾਤ ਕਰਾਂਗੇ। ਤੇ ਪੂਰੇ ਮਾਮਲੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਜੁੜੇ ਹੋਏ ਨੇ ਪ੍ਰੋਫੈਸਰ ਮਨਜੀਤ ਅਣਖੀ ਜੀ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਅਣਖੀ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਲਖਵਿੰਦਰ ਜੀ ਬਹੁਤ ਬਹੁਤ ਧੰਨਵਾਦ ਜੀ। ਅਣਖੀ ਸਰ, ਅੱਜ ਦਾ ਦਿਨ ਬੜਾ ਅਹਿਮ ਦਿਨ ਸੀ ਪੰਜਾਬ ਦੀ ਰਾਜਨੀਤੀ ਦੀ ਗੱਲ ਕਰੀਏ, ਕਿਉਂਕਿ ਜਿੱਥੇ ਕੇਂਦਰੀ ਸਰਕਾਰ ਦੇ ਵੱਲੋਂ ਕੁਝ ਕਾਨੂੰਨ ਥੋਪੇ ਗਏ ਸੀ ਯੂਟੀ ਦੇ ਮੁਲਾਜ਼ਮਾਂ ਦੇ ਉੱਪਰ, ਉਹਨੂੰ ਲੈ ਕੇ ਪੰਜਾਬ ਸਰਕਾਰ ਦੇ ਵਿੱਚ ਕਾਫੀ ਜ਼ਿਆਦਾ ਹੜਬੜਾਹਟ ਸੀ। ਸੋ ਇਹ ਕਹਿੰਦੇ ਹੋਏ ਪੰਜਾਬ ਸਰਕਾਰ ਅਤੇ ਵਿਰੋਧੀ ਪਾਰਟੀਆਂ ਦਿਖਾਈ ਦਿੱਤੀਆਂ ਸੀ ਕਿ ਇਹ ਸਿੱਧਾ ਪੰਜਾਬ ਦੇ ਉੱਪਰ ਹਮਲਾ ਹੈ, ਪੰਜਾਬ ਦੇ ਸੰਘੀ ਢਾਂਚੇ ਦੇ ਉੱਪਰ ਹਮਲਾ ਹੈ। ਸੋ ਪੰਜਾਬ ਦੇ ਹੱਕਾਂ ਦੇ ਉੱਪਰ ਡਾਕਾ, ਜਿਸ ਨੂੰ ਲੈ ਕੇ ਅੱਜ ਇੱਕ ਦਿਨ ਦਾ ਇਜਲਾਸ ਸੱਦਿਆ ਗਿਆ ਸੀਗਾ, ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਬੁਲਾਇਆ ਗਿਆ ਸੀਗਾ, ਜਿਸ ਸੈਸ਼ਨ ਦੇ ਵਿੱਚ ਸਾਰੇ ਪਾਰਟੀਆਂ ਦੀ ਗੱਲ ਕਰੀਏ, ਜੇਕਰ ਸਿਰਫ ਬੀਜੇਪੀ ਦੀ ਗੱਲ ਕਰੀਏ ਉਹਨਾਂ ਵੱਲੋਂ ਵਾਕਆਊਟ ਕੀਤਾ ਗਿਆ, ਲੇਕਿਨ ਬਾਕੀ ਪਾਰਟੀਆਂ ਦੇ ਵੱਲੋਂ ਜਾਂ ਆਜ਼ਾਦ ਵਿਧਾਇਕਾਂ ਦੇ ਵੱਲੋਂ, ਆਜ਼ਾਦ ਐਮਐਲਏ ਵੱਲੋਂ ਸਰਬਸੰਮਤੀ ਦੇ ਨਾਲ ਇਹ ਪ੍ਰਸਤਾਵ ਪਾਸ ਕਰ ਦਿੱਤਾ ਗਿਆ, ਜੋ ਕਿ ਵਿਰੋਧ ਦੇ ਵਿੱਚ ਸੀ। ਉਸ ਜੋ ਉਹਨਾਂ ਦੇ ਵੱਲੋਂ ਇਹ ਥੋਪੇ ਗਏ ਨੇ, ਕਾਨੂੰਨ ਬਣਾ ਕੇ ਥੋਪ ਦਿੱਤੇ ਗਏ ਨੇ ਵੀ ਹੁਣ ਯੂਟੀ ਦੇ ਉੱਪਰ ਜਿਹੜੇ ਸਰਵਿਸ ਰੂਲ ਹੋਣਗੇ ਉਹ ਕੇਂਦਰ ਵਾਲੇ ਹੋਣਗੇ। ਸੋ ਇੱਕ ਪਾਸੇ ਤਾਂ ਇਹ ਪ੍ਰਸਤਾਵ ਅੱਜ ਪਾਸ ਹੋਇਆ, ਥਪਥਪਾਉਂਦੇ ਹੋਏ ਆਪਣੀ ਪਿੱਠ ਨੂੰ ਦਿਖਾਈ ਦਿੱਤੇ ਭਗਵੰਤ ਮਾਨ ਇਸ ਸੈਸ਼ਨ ਤੋਂ ਬਾਅਦ। ਦੂਸਰੇ ਪਾਸੇ ਗੁਆਂਢੀ ਸੂਬੇ ਹਰਿਆਣੇ ਦੇ ਵਿੱਚ ਵੱਡੀ ਹਲਚਲ ਹੋਈ ਹੈ। ਉਹ ਕਹਿੰਦੇ ਵੀ ਇਹ ਤਾਂ ਹੋ ਹੀ ਨਹੀਂ ਸਕਦਾ, ਇਹ ਪ੍ਰਸਤਾਵ ਇੱਕ ਪਾਸਾ ਹੈ, ਇਹ ਪ੍ਰਸਤਾਵ ਕਿਵੇਂ ਪਾਸ ਕਰ ਸਕਦਾ ਪੰਜਾਬ, ਕਿਉਂਕਿ ਜੋ ਹਰਿਆਣਾ ਹੈ ਉਹ ਤਾਂ ਆਲਰੇਡੀ ਹਰਿਆਣੇ ਦਾ ਹਿੱਸਾ ਗਾ। ਸੋ ਜੋ ਚੰਡੀਗੜ੍ਹ ਹੈ ਉਹ ਤਾਂ ਹਰਿਆਣੇ ਦਾ ਹਿੱਸਾ ਗਾ। ਕਿਵੇਂ ਅਸਲ ਦੇ ਵਿੱਚ ਕਹਾਣੀ ਕੀ ਹੈ, ਮਾਜਰਾ ਕੀ ਹੈ ਕਿ ਇੱਕ ਪਾਸੇ ਤਾਂ ਪੰਜਾਬ ਕਹਿ ਰਿਹਾ ਹੈ ਚੰਡੀਗੜ੍ਹ ਦੇ ਉੱਪਰ ਸਾਡਾ ਹੱਕ ਹੈ ਜੀ, 60-40 ਦੀ ਰੇਸ਼ੋ ਦੇ ਅਧਿਕਾਰ ਸਾਨੂੰ ਮਿਲੇ ਹੋਏ ਨੇ। ਦੂਸਰੇ ਪਾਸੇ ਹਰਿਆਣਾ ਕਹਿੰਦਾ ਵੀ ਸ਼ਾਹ ਕਮਿਸ਼ਨ ਦੀ ਗੱਲ ਕਰੀਏ ਤਾਂ ਸਾਡਾ ਹੱਕ ਬਣਦਾ ਜੀ। ਐਕਚੁਅਲ ਦੇ ਵਿੱਚ ਜੇ ਵਿਸਥਾਰ ਦੇ ਨਾਲ ਸਾਡੇ ਜਾਣਕਾਰੀ ਦਰਸ਼ਕ ਜਾਣਨਾ ਚਾਹਣ ਤੁਹਾਡੇ ਤੋਂ, ਤੇ ਐਕਚੁਅਲ ਮਾਮਲਾ ਕੀ ਹੈ, ਜਿਹੜਾ ਚੰਡੀਗੜ੍ਹ ਹੈ ਆਖਰ ਉਹ ਹੈ ਕਿਹਦਾ, ਉਹ ਪੰਜਾਬ ਦਾ ਹਿੱਸਾ ਹੈ ਜਾਂ ਫਿਰ ਹਰਿਆਣੇ ਦਾ ਹਿੱਸਾ ਹੈਗਾ, ਅਸਲ ਮਾਮਲਾ ਕੀ ਹੈ? ਲਖਵਿੰਦਰ ਜੀ, ਜਿਹੜਾ ਤੁਹਾਡਾ ਪ੍ਰਸ਼ਨ ਉਹ ਪ੍ਰਸ਼ਨ ਇਹ ਕੇਵਲ 15 ਮਿੰਟ ਦੀ ਡਿਸਕਸ਼ਨ ਦੇ ਵਿੱਚ ਮੈਂ ਸ਼ਾਇਦ ਉਹਨੇ ਤਰੀਕੇ ਨਾਲ, ਵਧੀਆ ਤਰੀਕੇ ਨਾਲ ਜਵਾਬ ਨਾ ਦੇ ਸਕਾਂ, ਕਿਉਂਕਿ ਇਹ ਜਿਹੜਾ ਸਵਾਲ ਆ ਇਹ ਬਹੁਤ ਦਿਸ਼ਾਵੀ ਸਵਾਲ ਆ ਤੇ ਇਹਦੇ ਵਾਸਤੇ ਮੈਨੂੰ ਘੱਟ ਤੋਂ ਘੱਟ ਜੇ ਮੈਂ ਦਰਸ਼ਕ ਨੂੰ ਇੱਕ ਬਿਲਕੁਲ ਸਧਾਰਨ ਪੱਧਰ ਤੇ ਆਣ ਕੇ ਸਮਝਾਉਣਾ ਹੋਵੇ ਤਾਂ ਮੈਨੂੰ ਟਾਈਮ ਜਿਹੜਾ ਉਹ ਲੱਗੇਗਾ। ਪਰ ਇੱਕ ਪ੍ਰੋਗਰਾਮ ਦੀ ਇੱਕ ਮਰਿਆਦਾ ਆ, ਪ੍ਰੋਗਰਾਮ ਦੀ ਇੱਕ ਸੀਮਾ ਆ, ਉਹਦੇ ਤਹਿਤ ਆਪਾਂ ਗੱਲ ਕਰਦੇ ਹਾਂ। ਅੱਜ ਸਾਰਾ ਦਿਨ ਜਿਸ ਤਰੀਕੇ ਨਾਲ ਤੁਸੀਂ ਗੱਲ ਕੀਤੀ ਕਿ ਪੰਜਾਬ ਦੇ ਸਿਆਸਤ ਗਰਮਾਈ ਰਹੀ, ਉਹ ਚੀਜ਼ ਨੂੰ ਲੈ ਕੇ ਕਿ ਚੰਡੀਗੜ੍ਹ ਕਿਸ ਦਾ ਹਿੱਸਾ, ਚੰਡੀਗੜ੍ਹ ਉੱਤੇ ਕਿਹਦੇ ਕਾਨੂੰਨ ਲਾਗੂ ਹੋਣਗੇ, ਨਿੰਦਾ ਮਤਾ ਆ ਗਿਆ, ਕਈ ਕੁਝ ਆ ਗਿਆ, ਤੇ ਉਹਦੇ ਵਿੱਚ ਆਮ ਆਦਮੀ ਪਾਰਟੀ ਨੇ ਵੀ ਅੱਜ ਆਪਣੇ ਆਪ ਨੂੰ ਸੱਚੇ ਸੁੱਚੇ ਪੰਜਾਬ ਹਿਤੈਸ਼ੀ ਹੋਣ ਦਾ ਸਬੱਬ ਜਿਹੜਾ ਉਹ ਵੀ ਹਾਸਲ ਕਰ ਲਿਆ, ਜਿਸ ਤਰੀਕੇ ਨਾਲ ਉਹਨਾਂ ਨੇ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਕੇਂਦਰ ਦੀ ਇਸ ਮੁੱਦੇ ਦਾ, ਕੇਂਦਰ ਦੇ ਇਸ ਕਾਨੂੰਨ ਦਾ ਜਿਹੜਾ ਵਿਰੋਧ ਕੀਤਾ। ਲਖਵਿੰਦਰ ਹੁਣ ਇਹ ਕਰ ਦਿੱਤਾ, ਬਹੁਤ ਵਧੀਆ, ਹਰਿਆਣਾ ਵੀ ਓਪਰੇਟ ਕਰਨ ਲੱਗ ਪਿਆ, ਉਹਨਾਂ ਨੇ ਵੀ ਕਹਿਤਾ ਕਿ ਇਸ ਤਰੀਕੇ ਨਾਲ ਨਹੀਂ ਹੋ ਸਕਦਾ। ਪਰ ਜਿਹੜਾ ਪ੍ਰਸ਼ਨ ਹੈ, ਪ੍ਰਸ਼ਨ ਇਹ ਆ ਕਿ ਚੰਡੀਗੜ੍ਹ ਜਿਹੜਾ ਹੈ ਕਿਸ ਦਾ, ਤੁਹਾਡਾ ਜਿਹੜਾ ਪ੍ਰਸ਼ਨ ਕਿਸ ਦਾ ਹੈ, ਬੜਾ ਵਧੀਆ ਪ੍ਰਸ਼ਨ ਆ ਕਿ ਚੰਡੀਗੜ੍ਹ ਹੈ ਕਿਸ ਦਾ। 1966 ਦੇ ਵਿੱਚ ਪੰਜਾਬ ਐਕਟ ਜਦੋਂ ਚੰਡੀਗੜ੍ਹ ਬਣਦਾ ਜਾਂ ਉਸਰਦਾ, ਉਸ ਤੋਂ ਬਾਅਦ ਇਹਦੇ ਵਿੱਚ ਹਿੱਸਾ ਹਿਮਾਚਲ ਦਾ ਵੀ ਰਹਿੰਦਾ, ਪੰਜਾਬ ਦਾ ਵੀ ਰਹਿੰਦਾ, ਹਰਿਆਣੇ ਦਾ ਵੀ ਰਹਿੰਦਾ, ਹਿਮਾਚਲ ਸਾਈਡ ਤੇ ਹੋ ਜਾਂਦਾ। ਉਦੋਂ ਤੋਂ ਲੈ ਕੇ ਹੁਣ ਤੱਕ ਚੰਡੀਗੜ੍ਹ ਉੱਤੇ ਦੋਵੇਂ ਰਾਜ ਆਪੋ ਆਪਣਾ ਅਧਿਕਾਰ ਸਿੱਧ ਕਰਦੇ ਰਹੇ ਆ। ਇੰਟਰਸਟਿੰਗ ਗੱਲ ਇਹ ਆ ਲਖਵਿੰਦਰ ਕਿ ਇਹਦੇ ਉੱਤੇ ਪ੍ਰਸ਼ਨ ਜਿਹੜਾ ਆ ਕਿ ਚੰਡੀਗੜ੍ਹ ਉੱਤੇ ਪੰਜਾਬ ਸਰਕਾਰ ਜਿਹੜੀ ਕਹਿੰਦੀ ਸਾਡੀ ਰਾਜਧਾਨੀ ਹੈ, ਹਰਿਆਣਾ ਸਰਕਾਰ ਕਹਿੰਦੀ ਹੈ ਸਾਡੀ ਰਾਜਧਾਨੀ ਹੈ। ਇਸ ਗੱਲ ਨੂੰ ਥੋੜਾ ਜਿਹਾ ਸਮਝਣ ਦਾ ਯਤਨ ਕਰਿਓ।
कि पंजाब सरकार कहती कि चंडीगढ़ साडी राजधानी है, नंबर 2 हरियाणा सरकार कहती साडी राजधानी है। चंडीगढ़ उत्ते हक तां ये लोग दोवें सरकारां जमाउंदियां ने, पर चंडीगढ़ के लोग जिहड़े उत्थों रह रहे ने उन्हां दे प्रति दोवें सरकारां चुप ने। उन्हां दे संबंधी कहंदे कि नहीं, चंडीगढ़ जिहड़ा है क्योंकि यूनिटरी टैरेटरी है, इहदे उत्ते केंद्र दे कानून लागू हुंदे ने ते असीं उत्थों दे वासियां दे प्रति साडी कोई भी जिम्मेवारी नहीं है। मैं दोबारा एक गल रिपीट गल करना कि पंजाब सरकार कहती है कि चंडीगढ़ साडी राजधानी है, हरियाणा सरकार कहती है साडी राजधानी है, पर जिहड़े उत्थों दे लोग ने, जिहड़े वसनीक ने, उन्हां दे प्रति साडी कोई जिम्मेवारी नहीं है। उन्हां दे प्रति जिम्मेवारी किहदी है? केंद्र सरकार दी है, यानी कि यूनिटरी टैरेटरी करके वो पुराने समय तो चलता आ रहा, तो इस करके जिहड़ी जिम्मेवारी उन्हां दी है। सो वेखो लखविंदर जी, जेकर कोई भी मकान, जेकर घर है, घर इट्टां वट्टियां दे बने चौकटे नूं नहीं कहा जाता, घर उहनूं कहा जाता कि जिथे बंदे दियां मनुखी सदरां पलदियां ने, खुशियां गमियां पलदियां ने। ते जेकर इट्टां वट्टियां दे बने हुए चौकटे नूं वो घर नहीं हुंदा, वो मकान हुंदा। ते जेकर इहो जिहड़ी स्थिति है चंडीगढ़ के संबंध विच हरियाणा ते पंजाब सरकार दी है, पंजाब सरकार चंडीगढ़ नूं एक इट्टां खूबसूरत शहर तां मनदी है, सिटी ब्यूटीफुल तां मनदी है, जिस तरह ही मकान कह सकते कि मकान बहुत खूबसूरत आ, पर उत्थों के लोगों के प्रति साडी कोई जिम्मेवारी नहीं हैगी। इन्हां दी जिम्मेवारी जिहड़ी है केंद्र सरकार दी है, ये पंजाब सरकार दा रुख है। मैं एक मिनट मेरी गल कटो ना, मैं उतर आ गया। दूजे पासे हरियाणा सरकार भी इहो कहंदी है, तो तुसीं हुण मैनूं प्रश्न करोगे कि अणखी सर ये किवें, तुसीं की कह रहे जी, तां इहदे संबंधी मैं हवाला दांगा फूल कुमार बनाम पंजाब सरकार केस जिहड़ा हैगा। हुण वो केस की है, क्योंकि वो केस इस तरह का केस है कि फूल कुमार एक चंडीगढ़ का मुलाजम, चंडीगढ़ का रहने वाला बंदा, वो बंदा दलित तबके नाल संबंधित है, एससी तबके नाल संबंधित है। उसने पंजाब सरकार पासों ये अपील की थी कि मैं चंडीगढ़ का रहने वाला तुहाडा मुलाजम है, तो मैनूं दलित वर्ग की जिहड़ी रिजर्वेशन की पॉलिसी के तहत रिटायर्ड वाला बंदा होना सी कि वो मैनूं सहूलतां दित्तियां जाण। तो जिहड़ी पंजाब सरकार आ, उसने इन्नी गल कह के इनकार कर दिता कि तुसीं यूनिटरी टैरेटरी चंडीगढ़ विच काम कर रहे जी, तुहाडा अधिकार जिहड़ा तुहाडे उत्ते केंद्र दा अधिकार हैगा, तुसीं पंजाब दे विच जिहड़ियां चीज़ां ने उन्हां जिहड़ियां दलित वर्ग नूं रायतां मिलदे जे, तुसीं उन्हां दे हकदार नहीं जी। ये पंजाब सरकार ने कह दिता। वो बंदा पंजाब हरियाणा कोर्ट च गया, उत्थे जाके अतुल नंदा जिहड़े ने अज तो 3 साल पहला जो कैप्टन अमरिंदर सिंह की सरकार सी, उन्होंने इन्नी गल कही, बकायदा तौर पर रिकॉर्डेड स्टेटमेंट की मैं गल कर रहा कि चंडीगढ़ ठीक है पंजाब की राजधानी हैगा, पर चंडीगढ़ के विच जिहड़े रह रहे लोग ने या सरकारी कर्मचारी ने, उन्हां दे प्रति साडी कोई भी साफ स्पष्ट तौर पर जिम्मेवारी नहीं है। ये गल बकायदा तौर पर अतुल नंदा पंजाब सरकार वालों हाई कोर्ट च कह दी गई। इहो जी स्टेटमेंट जिहड़ी हरियाणा हाई कोर्ट ने भी कही कि नहीं, साडी कोई भी जिम्मेवारी जिहड़े इस चंडीगढ़ शहर च मुलाजम जिहड़े काम कर रहे हैं उन्हां दे प्रति साडी कोई भी जिम्मेवारी नहीं है। साडी राजधानी जरूर हरियाणे की भी चंडीगढ़ आ, पंजाब की भी चंडीगढ़ आ, पर इन्हां इत्थों के लोगों के प्रति साडी कोई जिम्मेवारी नहीं है। तो फिर उस वक्त मानयोग हाई कोर्ट पंजाब एंड हरियाणा हाई कोर्ट ने इन्नी गल कही सी कि जिहड़े जज साहबान से जिन्होंने फैसला किया सी, कहते कि मैं पहली बारी इत्थे आया तो मैनूं शर्म आउंदी है कि ये सरकारां की करदियां ने ते किहो जिहा रुख इत्थों के लोगों के प्रति अपनाउंदियां ने कि इत्थे दावा बिल्डिंगां के प्रति, सफाई के प्रति, जगह के प्रति सरकारां जरूर हक जमा रही ने, पर दूजे पासे इत्थों के लोगों के प्रति कोई भी गल सुनने को तैयार नहीं। सो इस करके अज तो 3 साल पहला जिस तरीके नाल पंजाब हरियाणा हाई कोर्ट में पंजाब सरकार ने केस किया, माफ करना दावा अपना पेश किया फूल कुमार बनाम पंजाब भारत सरकार केस के विच, उसे तरीके नाल हरियाणा हाई कोर्ट ने केस किया। दैन आफ्टर दैन स्थिति ये बनी कि जिहड़े उत्थों के लोग ने, जिहड़े चंडीगढ़ के विच चाहे वो पंजाब सरकार के अधीन काम करते हैं, चाहे हरियाणा सरकार के काम अधीन करते हैं, दर्शकों को दस दिए जिहड़े भी कर्मचारी उत्थे काम करते हैं दोवें राज्यों के,
ਉਹਨਾਂ ਦੇ ਉੱਤੇ ਰਾਜ ਸਰਕਾਰਾਂ ਵੱਲੋਂ ਮਿਲੀਆਂ ਰਾਇਤਾਂ ਉਹਨਾਂ ਉੱਤੇ ਲਾਗੂ ਨਹੀਂ ਹੁੰਦੀਆਂ। ਇਹਨਾਂ ਗੱਲਾਂ ਦੇ ਸੰਬੰਧੀ ਸਰਕਾਰਾਂ ਲਿਖ ਕੇ ਹਾਈ ਕੋਰਟ 'ਚ ਦੇ ਚੁੱਕੀਆਂ ਨੇ। ਸੋ ਇਸ ਚੀਜ਼ ਦਾ ਆਸਰਾ ਲੈਂਦੇ ਹੋਏ ਬੀਤੇ ਦਿਨ ਅਮਿਤ ਸ਼ਾਹ ਹੋਣਾ ਨੇ ਇਹ ਜਿਹੜਾ ਕੇਂਦਰੀ ਕਾਨੂੰਨ ਜਿਹੜਾ ਐਕਟ ਹੈ ਉਹ ਲਾਗੂ ਕੀਤਾ। ਚਾਹੀਦਾ ਤਾਂ ਇਹ ਸੀ ਕਿ ਇਹ ਜਿਸ ਤਰੀਕੇ ਨਾਲ ਅਤੁਲ ਨੰਦਾ ਦੀ ਜਿਹੜੀ ਸਟੇਟਮੈਂਟ ਸੀ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਉਹਦੀ ਪੜਚੋਲ ਕੀਤੀ ਜਾਂਦੀ, ਵਿਸ਼ਲੇਸ਼ਣ ਕੀਤਾ ਜਾਂਦਾ, ਤੇ ਅੱਜ ਦਾ ਜਿਹੜਾ ਵਿਧਾਨ ਸਭਾ ਸੈਸ਼ਨ ਸੀ ਇਹ ਰਾਜਨੀਤਿਕ ਧਿਰਾਂ ਦਾ ਕਿਰਦਾਰ ਨਾ ਬਣਦਾ, ਖੇਡ ਨਾ ਬਣਦਾ। ਅਸਲ ਜਿਹੜੀ ਜੜ ਹੈ ਮੁੱਦੇ ਅਸਲ ਉਹ ਇਹ ਹੈ। ਜੀ ਲਖਵਿੰਦਰ ਜੀ। ਬਿਲਕੁਲ ਸਰ, ਬਿਲਕੁਲ। ਜਿਸ ਤਰ੍ਹਾਂ ਤੁਸੀਂ ਨੇ ਇਹ ਸਾਰੀ ਖਬਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਪੂਰੇ ਮਾਮਲੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਚੰਡੀਗੜ੍ਹ ਦੇ ਮਸਲੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਆਪਾਂ ਸਿੱਧੇ ਸ਼ਬਦਾਂ ਦੇ ਵਿੱਚ ਦਰਸ਼ਕਾਂ ਨੂੰ ਇਹ ਕਹਿ ਸਕਦੇ ਹਾਂ ਵੀ ਜਿਹੜੇ ਚੰਡੀਗੜ੍ਹ ਹੈ ਉਹਦੀ ਸਿਰਫ ਔਰ ਸਿਰਫ ਜ਼ਮੀਨ ਦਾ ਮਸਲਾ ਗਾ ਜੋ ਪੰਜਾਬ ਦਾਵਾ ਕਰਦਾ ਹੈ ਜਾਂ ਫਿਰ ਹਰਿਆਣਾ ਦਾਵਾ ਕਰਦਾ ਹੈ, ਲੋਕਾਂ ਦੀ ਗੱਲ ਨਹੀਂ। ਤੇ ਦੂਸਰੇ ਪਾਸੇ ਕੇਂਦਰ ਦੀ ਗੱਲ ਕਰੀਏ, ਉਹਨੇ ਸਿਰਫ ਔਰ ਸਿਰਫ ਉੱਥੇ ਦੇ ਲੋਕਾਂ ਦੇ ਉੱਪਰ ਜੋ ਕਾਨੂੰਨ ਲਾਗੂ ਕੀਤੇ ਨੇ। ਸੋ ਫਿਰ ਇਹਦਾ ਮਤਲਬ ਸਰ ਜਿਹੜੇ ਰਾਜਨੀਤਿਕ ਲੋਕ ਨੇ ਇਹ ਲੋਕਾਂ ਦੀਆਂ ਅੱਖਾਂ ਦੇ ਵਿੱਚ ਕੱਟਾ ਪਾ ਰਹੇ ਨੇ, ਕਿਉਂਕਿ ਤੁਸੀਂ 2018 ਦੀ ਗੱਲ ਕਰ ਰਹੇ ਹੋ, ਬਹੁਤ ਹੀ ਪੁਰਾਣੀ ਗੱਲ ਨਹੀਂ ਕਰ ਰਹੇ ਵੀ 2018 ਦੇ ਵਿੱਚ ਤਾਂ ਆਪਣੇ ਹੱਥ ਵੱਢ ਕੇ ਦੇ ਚੁੱਕੀ ਹੈ ਪੰਜਾਬ ਸਰਕਾਰ, ਹਰਿਆਣਾ ਸਰਕਾਰ ਵੀ ਦੇ ਚੁੱਕੀ ਹੈ ਕਿ ਸਿਰਫ ਔਰ ਸਿਰਫ ਇਹ ਰਾਜਨੀਤੀ ਦੇ ਲਈ ਲੋਕ ਗੱਲਾਂ ਕਰ ਰਹੇ ਨੇ। ਅੱਜ ਵਿਧਾਨ ਸਭਾ ਦਾ ਸੈਸ਼ਨ ਹੋਇਆ ਹੈ, ਬੜੀਆਂ ਗੱਲਾਂ ਕੀਤੀਆਂ ਗਈਆਂ ਨੇ, ਵਿਰੋਧੀ ਪਾਰਟੀਆਂ ਵੱਲੋਂ ਵੱਡੀਆਂ ਗੱਲਾਂ ਕੀਤੀਆਂ ਨੇ। ਚਲੋ ਜੀ ਪ੍ਰਧਾਨ ਮੰਤਰੀ ਕੋਲੇ ਚਲੋ ਜੀ ਸੁਪਰੀਮ ਕੋਰਟ ਦੇ ਵਿੱਚ ਚਲੋ, ਕਿ ਉਹਨਾਂ ਨੂੰ ਇਹ ਗੱਲਾਂ ਦਾ ਪਤਾ ਨਹੀਂ ਜਾਂ ਜਾਣ ਬੁੱਝ ਕੇ ਉਹ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾ ਕੇ ਸਿਰਫ ਚੰਡੀਗੜ੍ਹ ਦੇ ਮਸਲੇ ਉੱਪਰ ਉਲਝਾਉਣਾ ਚਾਹੁੰਦੇ ਨੇ। ਕੀ ਕਹਿ ਰਹੇ ਹੋਗੇ ਜੋ ਇਸ ਤਰ੍ਹਾਂ ਦੀ ਮਨੋਦਸ਼ਾ ਕੀ ਰਾਜਨੀਤਿਕ ਲੋਕਾਂ ਦੀ ਜਾਂ ਫਿਰ ਮੌਜੂਦਾ ਪੰਜਾਬ ਸਰਕਾਰ ਦੀ, ਕਿ ਮਾਮਲੇ ਤੋਂ ਬਿਲਕੁਲ ਅਣਜਾਣ ਨੇ ਜਾਂ ਜਾਣ ਬੁੱਝ ਕੇ ਪੰਜਾਬ ਦੇ ਲੋਕਾਂ ਦੇ ਵਿੱਚ ਅੱਜ ਦੇ ਸੈਸ਼ਨ ਦੀ ਗੱਲ ਕਰੀਏ, ਜਾਣ ਬੁੱਝ ਕੇ ਪੰਜਾਬ ਦੇ ਲੋਕਾਂ ਦੇ ਅੱਖਾਂ ਦੇ ਵਿੱਚ ਘੱਟਾ ਪਾਇਆ? ਜਿਹੜਾ ਤੁਹਾਡਾ ਆਖਰੀ ਸ਼ਬਦ ਆ ਇਹ ਮੈਨੂੰ ਜ਼ਿਆਦਾ ਜ਼ੋਰਦਾਰ ਲੱਗਦਾ ਕਿ ਪੰਜਾਬ ਦੇ ਲੋਕਾਂ ਦੀ ਅੱਖਾਂ ਦੇ ਵਿੱਚ ਜ਼ਬਰਦਸਤ ਘੱਟਾ ਪਾਇਆ ਗਿਆ, ਕਿਉਂਕਿ ਜਿਹੜੇ ਅਮਿਤ ਸ਼ਾਹ ਹੋਣਾ ਵੱਲੋਂ ਜਿਹੜੀ ਸਟੇਟਮੈਂਟ ਹੈ ਕੇਂਦਰੀ ਕਾਨੂੰਨ ਲਾਗੂ ਕਰਨ ਦੀ, ਇਹ ਅੱਜ ਤੋਂ ਇੱਕ ਹਫ਼ਤਾ ਪਹਿਲਾਂ ਜਾਰੀ ਹੋ ਚੁੱਕੀ ਹੈ। ਲਖਵਿੰਦਰ ਜੀ ਮੇਰੀ ਗੱਲ ਨੂੰ ਤੁਸੀਂ ਧਿਆਨ ਨਾਲ ਸਮਝਣ ਦਾ ਯਤਨ ਕਰਨਾ। ਹਰਸਿਮਰਤ ਕੌਰ ਬਾਦਲ ਲੋਕ ਸਭਾ ਦੇ ਵਿੱਚ ਬੋਲਦੀ ਹੈ, ਉਸ ਤੋਂ ਬਾਅਦ ਜਿਹੜੇ ਨੇ ਕਾਂਗਰਸ ਦੇ ਮੰਤਰੀ ਨੇ ਸੁਖਪਾਲ ਸਿੰਘ ਖਹਿਰਾ ਉਹ ਬੋਲਦੇ ਨੇ, ਭਗਵੰਤ ਮਾਨ ਦੀ ਸਰਕਾਰ ਜਾਂ ਭਗਵੰਤ ਮਾਨ ਹੁਣੀ ਬਿਲਕੁਲ ਕੁਝ ਨਹੀਂ ਬੋਲਦੇ, ਇੱਕ ਹਫ਼ਤਾ ਚੁੱਪ ਰਹਿੰਦੇ ਨੇ। ਕਿਉਂ ਬੋਲੇ? ਕੱਲ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਦੇ ਘਰ ਦੇ ਉੱਤੇ ਭਾਜਪਾ ਦੇ ਵਰਕਰਾਂ ਵੱਲੋਂ ਬੈਰੀਕੇਡ ਤੋੜਿਆ ਜਾਂਦਾ, ਬੈਰੀਕੇਡ ਤੋੜੇ ਜਾਂਦੇ ਨੇ। ਮਨੀਸ਼ ਸਿਸੋਦੀਆ ਇਹ ਗੱਲ ਕਹਿੰਦਾ ਕਿ ਅਰਵਿੰਦ ਕੇਜਰੀਵਾਲ ਨੂੰ ਜਾਨ ਤੋਂ ਮਾਰਨ ਦੀ ਧਮਕੀ ਉਹ ਸਾਜ਼ਿਸ਼ ਹੈ। ਸੋ ਇਹਦੇ ਪਿੱਛੇ ਜਿਹੜੀਆਂ ਰਾਜਨੀਤਿਕ ਗੁੱਟੀਆਂ ਨੇ, ਜਿਸ ਤਰੀਕੇ ਦੇ ਨਾਲ ਅੱਜ ਭਗਵੰਤ ਮਾਨ ਨੂੰ ਇਹ ਚੇਤਾ ਆਇਆ ਕਿ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਅੱਜ ਹੀ ਇਸ ਮਤੇ ਨੂੰ ਰੱਦ ਕਰਨਾ ਚਾਹੇ, ਇਸ ਦੀ ਨਿੰਦਾ ਕਰਦੀ ਹੈ। ਭਗਵੰਤ ਮਾਨ ਦੀ ਚੁੱਪੀ ਤੇ ਲਖਵਿੰਦਰ ਜੀ ਅੱਜ ਤੋਂ 4 ਦਿਨ ਪਹਿਲਾਂ ਵੀ ਪ੍ਰਸ਼ਨ ਉੱਠਦੇ ਰਹੇ ਆ। ਇਹ ਸਿਰਫ ਜਿਹੜਾ ਅੱਜ ਦਾ ਡਰਾਮਾ ਆਮ ਆਦਮੀ ਪਾਰਟੀ ਵੱਲੋਂ ਕੀਤਾ ਗਿਆ, ਇਹਦੀਆਂ ਕੜੀਆਂ ਬੀਤੇ ਦਿਨਾਂ ਵਿੱਚ ਅਰਵਿੰਦ ਕੇਜਰੀਵਾਲ ਦੇ ਘਰ ਉੱਤੇ ਹੋਇਆ ਜੋ ਹਮਲਾ ਹੈ ਉਹਦੇ ਨਾਲ ਜਾ ਕੇ ਜੁੜਦੀਆਂ ਨੇ। ਕਿਤੇ ਨਾ ਕਿਤੇ ਸਰਕਾਰ ਜਿਹੜੀ ਐਸੀ ਕੋ ਤੈਸੀ ਜਾਂ ਜੈਸੇ ਕੋ ਤੈਸਾ ਅਸੀਂ ਕਹਿ ਸਕਦੇ ਕਿ ਉਸ ਸੰਬੰਧ ਦੇ ਵਿੱਚ ਗੱਲ ਕੀਤੀ ਗਈ। ਬਾਕੀ ਜਿਹੜਾ ਪ੍ਰਸ਼ਨ ਸੀ ਸਿੱਧਾ ਬਿਲਕੁਲ ਤੁਹਾਡੀ ਗੱਲ ਹੈ ਕਿ ਲੋਕਾਂ ਦੀਆਂ ਅੱਖਾਂ ਦੇ ਵਿੱਚ ਸਿਰਫ ਘੱਟਾ ਪਾਇਆ ਗਿਆ। ਜੇਕਰ ਇਹ ਸਰਕਾਰ ਇੰਨੀ ਹੀ ਆਪਣੇ ਪੱਧਰ ਤੇ ਸੁਚੇਤ ਹੁੰਦੀ ਜਾਂ ਵਾਕਿਆ ਹੀ ਪੰਜਾਬ ਦੇ ਹਿੱਤਾਂ ਦੇ ਪ੍ਰਤੀ ਜਾਂ ਪੰਜਾਬ ਦਾ ਧੋਖਾ ਨਾ ਹੋਵੇ, ਅੱਜ ਇਸ ਤਰੀਕੇ ਨਾਲ ਬਾਵਾ ਟੰਗਦੇ ਨਜ਼ਰ ਆਏ। ਪ੍ਰਤਾਪ ਸਿੰਘ ਬਾਜਵਾ ਵੀ ਬੋਲੇ, ਰਾਣਾ ਗੁਰਜੀਤ ਦਾ ਬੇਟਾ ਵੀ ਬੋਲਿਆ ਤੇ ਦੂਜੇ ਪਾਸੇ ਭਗਵੰਤ ਮਾਨ ਵੀ ਬੋਲੇ। ਇਹ ਅੱਜ ਤੋਂ 4 ਦਿਨ ਪਹਿਲਾਂ ਹੋ ਜਾਣੀ ਚਾਹੀਦੀ ਸੀ ਗੱਲ। 4 ਦਿਨ ਦੀ ਚੁੱਪੀ ਤੋਂ ਬਾਅਦ ਇਸ ਦੇ ਅਰਥ ਜਿਹੜੇ ਆ ਕੋਈ ਖਾਸ ਰਹਿ ਨਹੀਂ ਜਾਂਦੇ। ਸਰਕਾਰਾਂ ਨੂੰ ਸਭ ਪਤਾ ਕਿ ਕਿਸ ਅਧਿਕਾਰ ਖੇਤਰ ਦੀ ਗੱਲ ਹੋ ਰਹੀ ਹੈ। ਦੇਖੋ ਇੱਕ ਗੱਲ ਹੋਰ ਤੁਹਾਨੂੰ ਦੱਸਾਂ, ਮੇਰੀ ਗੱਲ ਦਾ ਤੁਸੀਂ ਸੰਖੇਪ ਚ ਜਵਾਬ ਤੁਸੀਂ ਮੈਨੂੰ ਦੇ ਸਕੋਗੇ ਕਿ ਜਦੋਂ ਦੇ ਕੇਂਦਰ ਨੇ ਚੰਡੀਗੜ੍ਹ ਦੇ ਮੁਲਾਜ਼ਮਾਂ ਨੂੰ ਉੱਤੇ ਆਪਣੇ ਅਧੀਨ ਲਿਆ, ਸਾਰਾ ਕੁਝ ਉਹਨਾਂ ਨੇ ਕਰ ਲਿਆ, ਕਿਸੇ ਵੀ ਮੁਲਾਜ਼ਮ ਜਥੇਬੰਦੀ ਵੱਲੋਂ ਕੇਂਦਰ ਦੀ ਇਸ ਨੀਤੀ ਦਾ ਵਿਰੋਧ ਹੋਇਆ? ਬਿਲਕੁਲ ਨਹੀਂ ਹੋਇਆ। ਨਾ ਚਾਹੇ ਪੰਜਾਬ ਦੀਆਂ ਜਥੇਬੰਦੀਆਂ ਹੋਣ, ਚਾਹੇ ਕੇਂਦਰ ਦੀਆਂ ਜਥੇਬੰਦੀਆਂ ਹੋਣ, ਕਿਸੇ ਵੀ ਜਥੇਬੰਦੀ ਨੇ ਕੇਂਦਰ ਸਰਕਾਰ ਦੀ ਇਸ ਨੀਤੀ ਦਾ ਵਿਰੋਧ ਨਹੀਂ ਕੀਤਾ। ਕਿਉਂ ਨਹੀਂ ਕੀਤਾ? ਕਿਉਂਕਿ ਹਰ ਮੁਲਾਜ਼ਮ ਨੂੰ ਵੱਧ ਤੋਂ ਵੱਧ ਬੈਨੀਫਿਟ ਮਿਲੇ ਨੇ। ਉਹ ਲੋਕ ਜਿਹੜੇ ਬੀਤੇ ਲੰਮੇ ਸਮੇਂ ਤੋਂ ਫੂਲ ਕੁਮਾਰ ਵਰਗੇ ਲੋਕ ਜਿਹੜੇ ਆਪਣੇ ਹੱਕਾਂ ਵਾਸਤੇ ਕੋਰਟਾਂ ਕਚਹਿਰੀਆਂ 'ਚ ਧੱਕੇ ਖਾ ਰਹੇ ਆ, ਤੇ ਜੇਕਰ ਕੇਂਦਰ ਸਰਕਾਰ ਉਹਨਾਂ ਨੂੰ ਦੇ ਰਹੀ ਹੈ ਸਭ ਕੁਝ, ਤਾਂ ਫਿਰ ਕਿਉਂ ਬੋਲਣਗੇ? ਸੋ ਇਹ ਜੋ ਕੁਝ ਹੋ ਰਿਹਾ ਇਹ ਰਾਜਨੀਤਿਕ ਪ੍ਰਪੰਚ ਆ, ਰਾਜਨੀਤਿਕ
ਖੇਡਬਾਜ਼ੀਆਂ ਨੇ, ਸਿਆਸੀ ਕਲਾਬਾਜ਼ੀਆਂ ਨੇ ਜਿਹੜੀਆਂ ਚੱਲਦੀਆਂ ਨੇ। ਦੇਖੋ, ਜੇਕਰ ਚੰਡੀਗੜ੍ਹ ਪੰਜਾਬ ਨੂੰ ਮਿਲਣਾ ਹੁੰਦਾ ਤਾਂ 1984 ਜਾਂ 86 ਚ ਮਿਲ ਗਿਆ ਹੁੰਦਾ। ਨਾ ਮਿਲਣਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ, ਉਸ ਤੋਂ ਪਹਿਲਾਂ 10 ਸਾਲ ਜਿਹੜੀ ਸਰਕਾਰ ਰਹਿੰਦੀ ਹੈ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਸਰਕਾਰ ਰਹਿੰਦੀ ਹੈ। 2014 ਤੋਂ ਲੈ ਕੇ 2019 ਤੱਕ ਭਾਜਪਾ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਨਾਲ ਸੰਗਠਿਤ ਰਹਿੰਦੀ ਹੈ। ਉਦੋਂ ਤੱਕ ਵੀ ਕਦੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੰਡੀਗੜ੍ਹ ਪੰਜਾਬ ਦੇ ਨੂੰ ਦੇਣ ਦੀ ਗੱਲ ਨਹੀਂ ਆਖੀ, ਤੇ ਨਾ ਹੀ ਸ਼੍ਰੋਮਣੀ ਅਕਾਲੀ ਦਲ ਨੇ ਕਦੀ ਉਹਦੇ ਉੱਤੇ ਜ਼ੋਰ ਪਾਇਆ। ਕਹਿਣ ਦਾ ਅਰਥ ਹੈ ਕਿ ਇਹ ਸਿਰਫ ਉਹ ਮੁੱਦੇ ਹੁੰਦੇ ਨੇ ਲਖਵਿੰਦਰ ਜੀ, ਜਿਹੜੇ ਮੁੱਦੇ ਹਮੇਸ਼ਾ ਜਿੰਦਾ ਰੱਖੇ ਜਾਂਦੇ ਨੇ। ਜੇਕਰ ਮੁੱਦਾ ਹੀ ਹੱਲ ਹੋ ਗਿਆ ਤਾਂ ਫਿਰ ਸਿਆਸਤ ਕਾਹਦੀ। ਸੋ ਇਸ ਸੰਬੰਧ ਦੇ ਵਿੱਚ ਤੁਸੀਂ ਬਿਲਕੁਲ ਠੀਕ ਕਿਹਾ ਕਿ ਲੋਕਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਪਾਇਆ ਜਾ ਰਿਹਾ। ਘੱਟਾ ਨਹੀਂ, ਭਰ ਕੇ ਜਿਹੜੇ ਅਸੀਂ ਕਹਿ ਸਕਦੇ ਹਾਂ ਕਿ ਭੁੱਬਲਾਂ ਪਾਈਆਂ ਜਾ ਰਹੀਆਂ ਲੋਕਾਂ ਦੇ ਅੱਖਾਂ ਦੇ ਵਿੱਚ। ਲੋਕਾਂ ਦੀ ਨਾ ਤੇ ਸਿਆਸਤ ਜਿਹੜੀ ਕੀਤੀ ਜਾ ਰਹੀ ਹੈ ਤੋਂ ਬਚਣ ਦੀ ਲੋੜ ਆ ਜੀ। ਬਿਲਕੁਲ ਸਰ, ਬਿਲਕੁਲ। ਇੱਕ ਗੱਲ ਇਹ ਕਲੀਅਰ ਹੁੰਦੀ ਨਜ਼ਰ ਆ ਰਹੀ ਹੈ ਵੀ ਜਿਸ ਤਰ੍ਹਾਂ ਅੱਜ ਦੇ ਇਸ ਪ੍ਰਸਤਾਵ ਤੋਂ ਬਾਅਦ ਜਦੋਂ ਪ੍ਰਸਤਾਵ ਪਾਸ ਹੋਇਆ ਵਿਧਾਨ ਸਭਾ ਦੇ ਵਿੱਚ, ਮਨੋਹਰ ਲਾਲ ਖੱਟਰ ਦੇ ਵੱਲੋਂ ਵੀ, ਸੀਐਮ ਹਰਿਆਣਾ, ਉਹਨਾਂ ਵੱਲੋਂ ਵੀ ਨਾਲ ਦੀ ਨਾਲ ਇੱਕ ਸਟੇਟਮੈਂਟ ਆ ਗਈ ਸੀ। ਕਹਿੰਦੇ ਇਸ ਤਰ੍ਹਾਂ ਦੇ ਪ੍ਰਸਤਾਵ ਨਾਲ ਕੋਈ ਫਰਕ ਨਹੀਂ ਪੈਂਦਾ। 6 ਵਾਰ ਇਸ ਤਰ੍ਹਾਂ ਦੇ ਪ੍ਰਸਤਾਵ ਪਹਿਲਾਂ ਵੀ ਪਾਸ ਹੋ ਚੁੱਕੇ ਨੇ। ਕਹਿਣ ਦਾ ਭਾਵ ਉਹਨਾਂ ਨੇ ਭਾਵੇਂ ਕਿ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਵੀ ਇਹ ਸਿਰਫ ਡਰਾਮੇਬਾਜ਼ੀ ਹੈ, ਲੇਕਿਨ ਜਿਵੇਂ ਕਿ ਰਾਜਨੀਤਿਕ ਲੋਕ ਨੇ, ਇੱਕ ਦੂਜੇ ਨਾਲ ਹਿੱਤ ਜੁੜੇ ਹੁੰਦੇ ਨੇ, ਉਹ ਕਲੀਅਰ ਕਰਦੇ ਹੋਏ ਨਜ਼ਰ ਨਹੀਂ ਆਏ ਵੀ ਇਹ 6 ਵਾਰ ਪਾਸ ਹੋ ਚੁੱਕੇ ਨੇ ਤੇ ਇਹਨਾਂ ਦੇ ਉੱਪਰ ਕਾਰਵਾਈ ਕਿਉਂ ਨਹੀਂ ਹੋਈ। ਇਸ ਕਰਕੇ ਉਹਨਾਂ ਨੇ ਕਿਹਾ 7ਵੀਂ ਵਾਰ ਪਾਸ ਹੋ ਗਿਆ, ਹੁਣ ਵੀ ਕੋਈ ਨਹੀਂ ਹੋਏਗੀ। ਤੇ ਦੂਸਰੇ ਪਾਸੇ ਸਾਡੇ ਪੰਜਾਬ ਦੇ ਲੀਡਰ, ਜਿਵੇਂ ਤੁਸੀਂ ਪਹਿਲਾਂ ਲੀਡਰਾਂ ਦੇ ਨਾਮ ਤੇ ਬਾਜਵਾ ਸਾਹਿਬ ਦਾ ਨਾਮ ਲਿਆ, ਸੋ ਰਾਣਾ ਗੁਰਜੀਤ ਦਾ ਨਾਮ ਲਿਆ, ਰਾਣਾ ਇੰਦਰ ਦਾ ਨਾਮ ਲਿਆ, ਤਾਂ ਉਹਨਾਂ ਦੇ ਬੇਟੇ ਦਾ ਨਾਮ ਲਿਆ, ਤੇ ਨਾਲੇ ਨਾਲ ਹੁਣ ਗੱਲ ਕਰੀਏ ਸੁਖਪਾਲ ਸਿੰਘ ਖਹਿਰਾ ਦੀ, ਉਹ ਵੀ ਇਹ ਕਹਿੰਦੇ ਹੋ ਬੜੇ ਹੁੱਬ ਕੇ ਕਹਿੰਦੇ ਹੋਏ ਨਜ਼ਰ ਆਏ ਵੀ ਜਿਸ ਤਰ੍ਹਾਂ ਜੇਕਰ ਹੁਣ ਭਗਵੰਤ ਮਾਨ ਇਸ ਤੋਂ ਅੱਗੇ ਜਾਣਗੇ, ਸਾਡੀ ਕੋਈ ਸੁਣਵਾਈ ਨਾ ਹੋਈ, ਸਾਡੀ ਜੇ ਕੋਈ ਸੁਣਵਾਈ ਨਾ ਹੋਈ, ਇਹ ਗੱਲ ਧਿਆਨ ਨਾਲ ਸੁਣਦੇ ਨੇ ਦਰਸ਼ਕ, ਵੀ ਉਹ ਕਹਿੰਦੇ ਨਜ਼ਰ ਆਏ ਕਿ ਜੇਕਰ ਸਾਡੀ ਸੁਣਵਾਈ ਨਾ ਹੋਈ ਤਾਂ ਅਸੀਂ ਦਿੱਲੀ ਦਾ ਰੁਖ ਕਰਾਂਗੇ। ਦੈਟ ਮੀਨਸ ਕਲੀਅਰ ਉਹਨਾਂ ਨੂੰ ਵੀ ਹੈ ਵੀ ਹੋਣਾ ਕੁਛ ਨਹੀਂ। ਇੱਥੋਂ ਤੱਕ ਵੀ ਕਹਿਤਾ ਕਿ ਹੋ ਸਕਦਾ ਸਾਡਾ ਜਿਹੜਾ ਪ੍ਰਸਤਾਵ ਆ ਰਾਜਪਾਲ ਤੋਂ ਅੱਗੇ ਨਾ ਜਾਵੇ, ਰਾਜਪਾਲ ਅੱਗੇ ਭੇਜੇ ਹੀ ਨਾ। ਦੈਟ ਮੀਨਸ ਦਰਸ਼ਕਾਂ ਨੂੰ ਜਾਂ ਸਾਡੇ ਲੋਕਾਂ ਨੂੰ, ਪੰਜਾਬ ਦੇ ਲੋਕਾਂ ਨੂੰ ਸਿਰਫ ਮੂਰਖ ਬਣਾਇਆ ਜਾ ਰਿਹਾ ਸਰਕਾਰਾਂ ਵੱਲੋਂ, ਜਦੋਂ ਕਿ ਇਹ ਗੱਲ ਕਲੀਅਰ ਹੈ ਵੀ ਉਹ ਹੱਥ ਵੱਢ ਕੇ ਦੇ ਚੁੱਕੇ ਨੇ। ਨਾ ਤਾਂ ਕਦੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਨਾ ਤਾਂ ਪੰਜਾਬ ਦਾ ਹੱਕ ਹੋਣਾ ਕਦੇ ਚੰਡੀਗੜ੍ਹ ਉੱਪਰ, ਨਾ ਹੀ ਕਦੇ ਹਰਿਆਣੇ ਦਾ ਹੱਕ ਹੋਣਾ, ਲੇਕਿਨ ਸਿਰਫ ਉਹ ਸਿਰਫ ਇੱਕ ਘੱਟਾ ਪਾਇਆ ਗਿਆ। ਸੋ ਸਰ ਹੁਣ ਇੱਕ ਮੈਂ ਖਬਰ ਹੋਰ ਲਵਾਂਗਾ ਤੁਹਾਡੇ ਨਾਲ, ਉਹਦੇ ਬਾਰੇ ਵੀ ਜ਼ਰੂਰ ਜਾਣਨਾ ਚਾਹਾਂਗਾ। ਇਜਲਾਸ ਨਾਲ ਸੰਬੰਧਿਤ ਹੈ। ਇੱਕ ਪਾਸਾ ਜੇ ਚੰਡੀਗੜ੍ਹ ਦਾ ਮੁੱਦਾ ਗਰਮਾਇਆ ਰਿਹਾ, ਉਹਦੇ ਉੱਪਰ ਹਰਿਆਣਾ ਰਾਜਨੀਤੀ ਕਰਦਾ ਨਜ਼ਰ ਆਇਆ, ਉਹ ਤੁਸੀਂ ਗੱਲ ਕਲੀਅਰ ਕਰਤੀ ਹੈ ਵੀ ਉਹ ਸਿਰਫ ਲੋਕਾਂ ਨੂੰ ਬੇਵਕੂਫ ਬਣਾ ਰਹੇ ਨੇ। ਅਸਲ ਮੁੱਦਾ ਕੀ ਹੈ ਵੀ ਇਹ ਤਾਂ ਐਵੇਂ ਲਟਕਦਾ ਰਹਿਣਾਗਾ। ਸਰ ਦੂਸਰਾ ਇੱਕ ਮੁੱਦਾ ਜੋ ਅੱਜ ਜ਼ਿਆਦਾ ਉੱਠਿਆ, ਭਾਵੇਂ ਕਿ ਉਹਦੇ ਉੱਪਰ ਡਿਸਕਸ਼ਨ ਨਹੀਂ ਹੋ ਸਕੀ, ਕਿਉਂਕਿ ਜਦੋਂ ਵੀ ਉਹਦੇ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਵਿਰੋਧੀ ਪਾਰਟੀ ਦੇ ਨੇਤਾਵਾਂ ਨੇ, ਤਾਂ ਸਪੀਕਰ ਸਾਹਿਬ ਨੇ ਇਹ ਕਹਿ ਕੇ ਨਾਲ ਦੀ ਨਾਲ ਰੋਕਤਾ ਵੀ ਨਹੀਂ, ਅੱਜ ਸਿਰਫ ਔਰ ਸਿਰਫ ਚੰਡੀਗੜ੍ਹ ਦੀ ਗੱਲ ਹੋਣੀ ਹੈ। ਉਹ ਮੁੱਦਾ ਵਿਧਾਨ ਸਭਾ ਤੋਂ ਬਾਹਰ ਬੜੀ ਤਰੀਕੇ ਨਾਲ ਚੱਲਿਆ। ਗੱਲ ਕਰਾਂਗੇ ਬਿਜਲੀ ਮੁੱਦੇ 300 ਯੂਨਿਟ ਦੀ। ਲਗਾਤਾਰ ਉਸ ਮੁੱਦੇ ਨੂੰ ਲੈ ਕੇ ਵਿਰੋਧੀ ਪਾਰਟੀਆਂ ਆਮ ਆਦਮੀ ਪਾਰਟੀ ਨੂੰ ਟਾਰਗੇਟ ਕਰ ਰਹੀਆਂ ਨੇ। ਕਿਵੇਂ ਦੇਖ ਰਹੇ ਹੋ, ਜਿਵੇਂ ਚੰਡੀਗੜ੍ਹ ਦਾ ਮੁੱਦਾ ਹੱਲ ਨਹੀਂ ਹੋਣਾ, ਕੀ ਇਹ ਮੁੱਦਾ ਹੱਲ ਹੋਏਗਾ? ਕੋਲੇ ਦੀ ਕਮੀ ਹੈ, ਪੰਜਾਬ ਦੇ ਵਿੱਚ ਬਿਜਲੀ ਦੀ ਕਮੀ ਹੈ, ਕੇਂਦਰ ਸਰਕਾਰ ਨੇ ਪੰਜਾਬ ਨੂੰ ਫਾਲਤੂ ਬਿਜਲੀ ਜੋ ਕਿ ਕੇਂਦਰ ਦੇ ਅੰਦਰ ਆਉਂਦੀ ਹੈ ਬਿਜਲੀ, ਉਹ ਦੇਣ ਤੋਂ ਮਨਾ ਕਰਤਾ। ਕੀ ਇਹ 300 ਯੂਨਿਟ ਵਾਲੀ ਗਰੰਟੀ ਪੂਰੀ ਹੁੰਦੀ ਨਜ਼ਰ ਆ ਰਹੀ ਹੈ, ਤੇ ਇਹਦੀ ਵੀ ਸੱਚਾਈ ਕੁਝ ਹੋਰ ਹੈ? ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸ ਦਿਓ। ਲਖਵਿੰਦਰ, ਇੱਕ ਪ੍ਰਸ਼ਨ ਹੋਰ ਜਿਹੜਾ ਆਪਾਂ ਗੱਲ ਕਰ ਰਹੇ ਸਾਂ, ਜਿਹੜਾ ਮਨੋਹਰ ਲਾਲ ਖੱਟਰ ਦੇ ਸੰਬੰਧ ਵਿੱਚ ਕੀਤਾ, ਹਾਲਾਂਕਿ ਤੁਸੀਂ ਪ੍ਰਸ਼ਨ ਨੂੰ ਖਤਮ ਕਰ ਚੁੱਕੇ ਜੀ, ਮਰਿਆਦਾ ਨਹੀਂ ਹੈ, ਪਰ ਫਿਰ ਵੀ ਕਿਉਂਕਿ ਜ਼ਰੂਰੀ ਹੈ, ਕਿਉਂਕਿ ਤਾਰ ਜਿਹੜੇ ਉਹ ਤਾਰਾਂ ਜੁੜਦੀਆਂ ਨੇ। ਮਨੋਹਰ ਲਾਲ ਖੱਟਰ ਨੇ ਇਹ ਗੱਲ ਕਹੀ ਕਿ ਜੋ ਵੀ ਡਰਾਮੇਬਾਜ਼ੀ ਹੈ, ਇਹਦੇ ਵਿੱਚ ਇੱਕ SYL ਦੀ ਨਹਿਰ ਦਾ ਮੁੱਦਾ, ਜਿਹੜਾ ਸ਼ਾਹ ਕਮਿਸ਼ਨ ਦੀ ਜਿਹੜੀ ਰਿਪੋਰਟ ਸੀ, ਸ਼ਾਹ ਕਮਿਸ਼ਨ ਦੀ ਰਿਪੋਰਟ ਇਹ ਸੀ ਕਿ ਪਾਣੀਆਂ ਦੀ ਜਿਹੜੀ ਵੰਡ ਹੈ ਪੂਰਨ ਤੌਰ ਤੇ ਹੋਣੀ ਚਾਹੀਦੀ ਹੈ। ਤਾਂ ਸਤਲੁਜ ਜਮਨਾ ਲਿੰਕ ਨਹਿਰ ਦੇ ਸੰਬੰਧ ਵਿੱਚ ਸ਼ਾਹ ਕਮਿਸ਼ਨ ਦੀ ਰਿਪੋਰਟ ਇਹ ਸੀ ਕਿ ਪਾਣੀ ਜਿਹੜਾ ਹੈ ਉਹ ਬਰਾਬਰ ਰਾਜਾਂ ਨੂੰ ਜਾਣਾ ਚਾਹੀਦਾ, ਜੇ ਕੋਈ ਵਾਧੂ ਪਾਣੀ ਹੈ ਉਹ ਦੂਜੇ ਰਾਜਾਂ ਨੂੰ ਜਾਣਾ ਚਾਹੀਦਾ। ਸ਼ਾਹ ਕਮਿਸ਼ਨ ਦੀ ਰਿਪੋਰਟ ਇਹ ਸੀ। ਤਾਂ ਉਹ ਰਿਪੋਰਟ ਜਦੋਂ 2004 ਦੇ ਵਿੱਚ ਕਾਂਗਰਸ ਹਾਈਕਮਾਨ ਨੇ ਉਹ ਰਿਪੋਰਟ ਪਾਸ ਕੀਤੀ, ਤਾਂ ਉਸ ਵਕਤ ਕੈਪਟਨ ਅਮਰਿੰਦਰ ਸਿੰਘ ਨੇ ਇਸੇ ਤਰੀਕੇ ਨਾਲ ਇੱਕ ਵਿਧਾਨ ਸਭਾ ਸੈਸ਼ਨ ਸਦਕੇ ਜਿਸ ਤਰੀਕੇ ਨਾਲ ਆਪਾਂ ਸਵੇਰੇ ਗੱਲ ਕੀਤੀ, ਉਸ ਜਿਹੜੀ ਉਹ ਰਿਪੋਰਟ ਨੂੰ ਰੱਦ ਕੀਤਾ ਜਾਂ ਕੇਂਦਰ ਦੇ ਉਸ ਕਾਨੂੰਨ ਨੂੰ ਰੱਦ ਕੀਤਾ ਸੀ, ਜਿਹਦੇ ਵਿੱਚੋਂ ਇਹ ਗੱਲ ਕਹੀ ਗਈ ਸੀ ਕਿ ਜਿਹਨਾਂ ਰਾਜਾਂ ਕੋਲ ਵੱਧ ਪਾਣੀ ਆ ਉਹ ਪਾਣੀ ਦਿੱਤਾ ਜਾਵੇ ਸ਼ਾਹ ਕਮਿਸ਼ਨ ਦੀ ਰਿਪੋਰਟ ਨੂੰ। ਤਾਂ ਉਸ ਤਰੀਕੇ ਨਾਲ ਉਹ ਹੋਇਆ ਕਿ ਅੱਜ ਤੱਕ ਵੀ SYL ਨਹਿਰ ਦਾ ਮੁੱਦਾ ਉਸੇ ਤਰ੍ਹਾਂ ਜਿੰਦਾ ਆ।
ਕਿਸੇ ਵਕਤ ਵੀ ਹਰਿਆਣਾ ਸਰਕਾਰ ਰਫੜ ਪਾ ਸਕਦੀ ਹੈ, ਪੰਜਾਬ ਸਰਕਾਰ ਪਾ ਸਕਦੀ ਹੈ। ਸਮੇਂ ਦੇ 4 ਦਿਨ ਪਹਿਲਾਂ ਵੀ ਇਹੋ ਜਿਹੀਆਂ ਗੱਲਾਂ ਸਾਹਮਣੇ ਆਈਆਂ ਸਨ, ਜਦੋਂ ਇੱਕ ਪਾਰਟੀ ਨੇ ਆਮ ਆਦਮੀ ਪਾਰਟੀ ਨੂੰ ਕਿਹਾ ਕਿ ਦਿੱਲੀ 'ਚ ਵੀ ਤੁਹਾਡੀ ਸਰਕਾਰ ਆ, ਪੰਜਾਬ 'ਚ ਵੀ ਤੁਹਾਡੀ ਸਰਕਾਰ ਆ, ਇਸ ਵਾਰ ਜਮਨਾ ਲਿੰਕ ਨਹਿਰ ਦਾ ਮੁੱਦਾ ਜਿਹੜਾ ਹੱਲ ਕੀਤਾ ਜਾਵੇ। ਸੋ ਇਹ ਪ੍ਰਸ਼ਨ ਜ਼ਰੂਰੀ ਸੀ ਤੁਹਾਡੀ ਇਸ ਗੱਲ ਦਾ ਜਵਾਬ ਦੇਣ ਵਾਸਤੇ। ਤਾਂ ਖੈਰ ਹੁਣ ਬਿਜਲੀ ਦੀ ਗੱਲ, ਬਿਜਲੀ ਜਿਹੜੀ ਫ੍ਰੀ ਦੇਣ ਦੀ ਗੱਲ ਜਿਹੜੀ ਆਮ ਆਦਮੀ ਪਾਰਟੀ ਵੱਲੋਂ ਗਰੰਟੀ ਦਿੱਤੀ ਗਈ ਸੀ, ਉਹਦੇ ਵਿੱਚ 300 ਫ੍ਰੀ ਯੂਨਿਟ ਦੀ ਗੱਲ ਕੀਤੀ ਗਈ। ਪਰ ਜਿਹੜੀਆਂ ਹੁਣ ਨਵੀਆਂ ਜਾਣਕਾਰੀਆਂ ਸਾਡੇ ਕੋਲ ਮਿਲ ਰਹੀਆਂ ਨੇ, ਹਾਲਾਂਕਿ ਬੀਤੀ ਸਰਕਾਰ ਨੇ 7 ਕਿਲੋਵਾਟ ਤੱਕ ਦਾ ਜਿਹੜਾ ਸੀ ਉਹ ਰੇਟ ਘਟਾਏ ਸਨ ਜਾਂ ਸਹੂਲਤਾਂ ਦਿੱਤੀਆਂ ਸਨ, ਜਦੋਂ ਕਿ ਮੌਜੂਦਾ ਜਿਹੜੀ ਸਰਕਾਰ ਹੈਗੀ ਆ ਇਹ ਉੱਥੇ 2 ਕਿਲੋਵਾਟ ਤੱਕ ਲੈਣ ਦਾ ਤੇ ਰੇਟ ਜਿਹੜੇ ਨੇ ਉਸੇ ਤਰੀਕੇ ਨਾਲ ਵਾਧਾ ਦਿੱਤੇ ਗਏ ਨੇ। ਇਹ ਅਜੇ ਤੱਕ ਆਪਣੇ ਕੋਲ ਕੋਈ ਪੁਖਤਾ ਜਾਣਕਾਰੀ ਨਹੀਂ ਹੈ ਆਪਣੇ ਲਖਵਿੰਦਰ ਕਿ ਸਰਕਾਰ ਵੱਲੋਂ ਇਹਦੇ ਸੰਬੰਧੀ ਕੀ ਪੱਖ ਪੇਸ਼ ਕੀਤਾ ਗਿਆ ਜਾਂ ਕੀ ਪੱਖ ਨਹੀਂ ਪੇਸ਼ ਕੀਤਾ ਗਿਆ। ਹਾਂ, ਵਿਰੋਧੀ ਪਾਰਟੀ ਨੂੰ ਮੁੱਦਾ ਚਾਹੀਦਾ ਹੁੰਦਾ, ਜਿਸ ਤਰੀਕੇ ਨਾਲ ਵਿਰੋਧੀ ਪਾਰਟੀਆਂ ਅੱਜ ਇਹ ਗੱਲਾਂ ਕਰਦੀਆਂ ਪਈਆਂ ਨੇ। ਇਹ ਗੱਲ ਵੇਖਣੀ ਪਏਗੀ ਕਿ ਜੇਕਰ ਵਾਕਿਆ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਬੀਤੇ ਦੌਰ ਵਿੱਚ ਦਿੱਤੀਆਂ ਗਈਆਂ ਬਿਜਲੀ ਦੀਆਂ ਸਹੂਲਤਾਂ ਦੇ ਪ੍ਰਸੰਗ ਦੇ ਵਿੱਚ ਜਾ ਕੇ ਕਟੌਤੀ ਕਰਦੀਆਂ ਨੇ, ਤਾਂ ਫਿਰ ਕੁਦਰਤੀ ਤੌਰ ਤੇ ਲੋਕਾਂ ਨਾਲ ਇਹ ਧੋਖਾ ਹੋਵੇਗਾ। ਇਹਦੇ ਨਾਲ ਹੀ ਨਾਲ ਲਖਵਿੰਦਰ ਗੱਲ ਇਹ ਕਰਨੀ ਚਾਹੀਦੀ ਹੈ ਕਿ ਜਿਸ ਤਰੀਕੇ ਨਾਲ 25,000 ਨੌਕਰੀਆਂ ਦੀ ਗੱਲ ਕੀਤੀ ਸੀ ਤੇ ਉਹਦੇ ਵੱਲੋਂ ਅੱਜ ਭਗਵੰਤ ਮਾਨ ਹੁਣ ਇਹ ਨੋਟੀਫਿਕੇਸ਼ਨ ਜਾਰੀ ਕਰਕੇ ਇਹ ਗੱਲ ਕਹੀ, ਬਕਾਇਦਾ ਤੌਰ ਤੇ ਲਿਸਟ ਫਾਈਨਲ ਕਰਤੀ ਕਿ 10 ਅਪ੍ਰੈਲ ਤੱਕ ਇਹ ਜਿਹੜਾ ਸਿਲਸਿਲਾ ਜਿਹੜਾ ਸ਼ੁਰੂ ਹੋ ਜਾਏਗਾ। ਸਰਕਾਰ ਦੇ ਇਹਨਾਂ ਹਾਂ ਪੱਖੀ ਕੰਮਾਂ ਵੱਲ ਵੀ ਸਾਨੂੰ ਜਿਹੜਾ ਜ਼ਿਕਰ ਕਰ ਦੇਣਾ ਚਾਹੀਦਾ, ਕਿਉਂਕਿ ਜੇਕਰ ਵਾਕਿਆ ਹੀ ਭਗਵੰਤ ਮਾਨ ਨੇ ਇਹ ਗੱਲ ਕੀਤੀ, ਬਿਜਲੀ ਦੇ ਮੁੱਦੇ ਦੀ ਗੱਲ ਵੀ ਉਹ ਵਿਚਾਰ ਜਾਗੀ, ਪਰ ਬਿਜਲੀ ਦੇ ਮੁੱਦੇ ਦੇ ਸੰਬੰਧੀ ਅਜੇ ਸਰਕਾਰੀ ਕੋਈ ਵੀ ਜਿਹੜਾ ਬਿਆਨ ਆ ਉਹ ਸਾਹਮਣੇ ਲਖਵਿੰਦਰ ਨਹੀਂ ਆਇਆ। ਸੋ ਉਹਦੇ ਉੱਤੇ ਵਿਰੋਧੀ ਪਾਰਟੀਆਂ ਦੇ ਆਧਾਰ ਤੇ ਤਾਂ ਚਲੋ ਜਿਹੜਾ ਮਰਜ਼ੀ ਆਪਾਂ ਖਲਾਰਾ ਜਿਹੜਾ ਪਾ ਸਕਦੇ ਹਾਂ, ਪਰ ਗੱਲ ਜਿਹੜੀ ਆ ਹਾਂ ਪੱਖੀ ਹੋਣੀ ਚਾਹੀਦੀ। ਹਾਂ ਪੱਖੀ ਜਿਹੜੀ ਗੱਲ ਇਹ ਹੈ ਕਿ ਜੇਕਰ 25,000 ਪੰਜਾਬ ਦੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦੇ ਸੰਬੰਧੀ ਬਕਾਇਦਾ ਤੌਰ ਤੇ ਲਿਸਟ ਇੱਕ ਜਾਰੀ ਕਰ ਦਿੱਤੀ ਗਈ ਆ, ਮਹਿਕਮੇ ਦੇ ਵਿੱਚ ਦੱਸ ਦਿੱਤਾ ਗਿਆ ਕਿ ਕਿੰਨੀਆਂ ਸੀਟਾਂ ਨੇ ਜਾਂ ਕਿੰਨੀਆਂ ਨੌਕਰੀਆਂ ਹਨ, ਉਹਨਾਂ ਦਾ ਸੰਬੰਧੀ ਜਿਹੜਾ ਸਰਕਾਰ ਦਾ ਸਵਾਗਤ ਕਰਦਾ ਬਣਨਾ ਚਾਹੀਦਾ। ਬਾਕੀ ਇਹ ਵੀ ਵੇਖਣਾ ਪਏਗਾ ਕਿ ਸਰਕਾਰ ਦਾ ਇਹ ਵੀ ਐਲਾਨ ਕਿਤੇ ਐਲਾਨ ਹੀ ਨਾ ਰਹਿ ਜੇ, ਕਿਉਂਕਿ ਅਜੇ 10 ਅਪ੍ਰੈਲ ਜਿਹੜੀ ਆ ਦੂਰ ਹੈਗੀ ਆ। ਬਾਕੀ ਫਿਰ ਵੀ ਸਰਕਾਰ ਦੇ ਇਹ ਸ਼ਲਾਘਾਯੋਗ ਕਦਮ ਨੇ, ਕਿਉਂਕਿ ਬਾਕੀ ਸਰਕਾਰਾਂ ਦੇ ਉਲਟ ਰਵਾਇਤੀ ਪਾਰਟੀਆਂ ਦੇ ਸਰਕਾਰ ਦੇ ਆਉਂਦੇ ਪਹਿਲੇ ਮਹੀਨੇ 'ਚ ਇਹ ਕੰਮ ਕਰਨੇ ਸ਼ੁਰੂ ਕਰਤੇ ਨੇ, ਜਦੋਂ ਕਿ ਬਾਕੀ ਸਰਕਾਰਾਂ ਆਪਣੇ ਅਖੀਰਲੇ ਸਮੇਂ ਵਿੱਚ ਕੰਮ ਕਰਦੀਆਂ ਰਹੀਆਂ ਨੇ। ਜੀ ਬਿਲਕੁਲ ਸਰ, ਬਿਲਕੁਲ ਜੀ, ਅਖੀਰਲੇ ਸਮੇਂ 'ਚ ਕੀਤਾ ਇਹਨਾਂ ਨੇ ਆਨਸਰ ਸ਼ੁਰੂਆਤ ਕੀਤੀ ਹੈਗੀ। ਭਾਵੇਂ ਲੋਕ ਇਹ ਕਹਿਣੇ ਸ਼ੁਰੂ ਵੀ ਹੋ ਚੁੱਕੇ ਨੇ ਵੀ ਕਿਤੇ ਇਹ ਵੀ ਚੰਨੀ ਵਾਂਗ ਐਲਾਨ ਹੀ ਨਾ ਰਹਿ ਜਾਣ ਭਗਵੰਤ ਮਾਨ ਦੇ ਵੀ। ਤੇ ਦੂਸਰੇ ਪਾਸੇ ਜੇਕਰ ਤੁਸੀਂ ਗੱਲ ਕੀਤੀ ਸੀ ਵੀ ਕੋਈ ਸਟੇਟਮੈਂਟ ਨੇ, ਸਟੇਟਮੈਂਟ ਜਦੋਂ ਵੀ ਕਿਸੇ ਵਿਧਾਇਕ ਨਾਲ ਜਾਂ ਕਿਸੇ ਮੰਤਰੀ ਨਾਲ ਗੱਲ ਕੀਤੀ ਜਾਂਦੀ ਬਿਜਲੀ ਮੁੱਦੇ ਤੇ, ਤਾਂ ਉਹ ਇਹ ਕਹਿੰਦਾ ਵੀ ਯਾਰ ਇੰਨੀ ਜਲਦੀ ਨਾ ਕਰੋ, ਸਾਨੂੰ ਥੋੜਾ ਜਿਹਾ ਟਾਈਮ ਦਿਓ। ਹੁਣ ਇਹ ਨਹੀਂ ਪਤਾ ਵੀ ਉਹ ਟਾਈਮ ਕਿੰਨਾ ਕੁ ਮੰਗਣਾ ਚਾਹੁੰਦੇ ਨੇ, ਕਿਉਂਕਿ ਜਦੋਂ ਸੱਤਾ ਦੇ ਵਿੱਚ ਆਉਣਾ ਸੀ ਤਾਂ ਉਸ ਟਾਈਮ ਤਾਂ ਲੋਕਾਂ ਨੂੰ ਉਹ ਸਿਰਫ ਔਰ ਸਿਰਫ ਚਾਹੇ ਉਹ ਬਰਗਾੜੀ ਦੀ ਗੱਲ ਕਰੀਏ, ਚਾਹੇ ਨਸ਼ੇ ਦਾ ਮੁੱਦਾ ਗੱਲ ਕਰੀਏ, ਕਿਸੇ ਵੀ ਮੁੱਦੇ ਦੀ ਗੱਲ ਕਰੀਏ, ਜੋ ਮੇਜਰ ਮੁੱਦੇ ਸੀਗੇ, ਬੇਰੁਜ਼ਗਾਰੀ ਦਾ ਮੁੱਦਾ ਸੀ, ਉਹ 24 ਘੰਟੇ ਦੇ ਵਿੱਚ ਹੱਲ ਕਰਨ ਦੀਆਂ ਗੱਲਾਂ ਕਰਦੇ ਸੀ। ਹਾਂ, ਅੱਜ ਉਹ ਗੱਲ ਵੱਖਰੀ ਹੈ ਵੀ ਹੁਣ ਕਿਉਂਕਿ ਉਹਨੂੰ ਹਾਲਾਤ ਪਤਾ ਲੱਗ ਗਏ ਨੇ, ਸਰਕਾਰ ਚਲਾਉਣ ਦੇ ਲਈ ਮੁਸ਼ਕਲਾਤ ਕਿਆ ਆਉਂਦੀਆਂ ਨੇ ਉਹਦੇ ਬਾਰੇ ਪਤਾ ਲੱਗ ਗਿਆ, ਤੇ ਨਾਲ ਹੀ ਨਾਲ ਜੋ ਖਜ਼ਾਨਾ ਪੰਜਾਬ ਦਾ ਉਹਦੇ ਬਾਰੇ ਵੀ ਉਹਨਾਂ ਨੂੰ ਪਤਾ ਲੱਗ ਗਿਆ। ਇਸ ਕਰਕੇ ਹੁਣ ਟਾਈਮ ਮੰਗਣਾ ਸ਼ੁਰੂ ਕਰ ਦਿੱਤਾ ਤੇ ਨਾਲ ਟਾਈਮ ਦੇ ਨਾਲ ਜਿਵੇਂ ਕਿ ਉਹਨਾਂ ਨੇ ਕਰਜ਼ਾ ਵੀ ਮੰਗਣਾ ਸ਼ੁਰੂ ਕੀਤਾ ਹੈ। ਸੋਹਣਕੀ ਸਾਹਿਬ, ਤੁਸੀਂ ਸਾਡੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਸਾਡੇ ਨਾਲ ਜੁੜੇ ਤੇ ਇੱਕ ਅਹਿਮ ਖਬਰ, ਇੱਕ ਅਹਿਮ ਜਾਣਕਾਰੀ, ਜਿੱਥੋਂ ਕਿ ਸ਼ਾਇਦ ਸਾਡੇ ਪੰਜਾਬ ਦੇ ਦਰਸ਼ਕ ਜੋ ਸਾਡੇ ਨਾਲ ਜੁੜੇ ਹੋਏ ਨੇ ਉਹ ਮਹਿਰੂਮ ਸੀ ਇਸ ਜਾਣਕਾਰੀ ਤੋਂ, ਜੋ ਬਹੁਤ ਵੱਡੀ ਜਾਣਕਾਰੀ ਹੈ ਵੀ ਕਿਸ ਤਰੀਕੇ ਦੇ ਨਾਲ ਦੋ ਰਾਜ ਆਪਣੇ ਵਸਿੰਦਿਆਂ ਦੇ ਅੱਖਾਂ ਦੇ ਵਿੱਚ ਘੱਟਾ ਪਾ ਰਹੇ ਨੇ। ਚੰਡੀਗੜ੍ਹ ਬਾਰੇ ਵਿਸਥਾਰ ਦੇ ਨਾਲ ਦੱਸਿਆ ਵੀ ਆਖਰ ਚੰਡੀਗੜ੍ਹ ਦੇ ਉੱਪਰ ਐਕਚੁਅਲ ਹੱਕ ਹੈ ਕਿਹਦਾ, ਹੱਕ ਪੰਜਾਬ ਦਾ ਜਾਂ ਹੱਕ ਹਰਿਆਣੇ ਦਾ, ਜਾਂ ਫਿਰ ਉਸ ਦਾ ਇਹਨਾਂ ਉੱਪਰ ਕਿਸੇ ਦਾ ਵੀ ਹੱਕ ਨਹੀਂ। ਸਿਰਫ ਔਰ ਸਿਰਫ ਰਾਜਨੀਤਿਕ ਗੱਲਾਂ ਨੇ। ਰਾਜਨੀਤਿਕ ਲੋਕ ਆਪਣੀ ਰਾਜਨੀਤੀ ਨੂੰ ਚਲਾਉਣ ਦੇ ਲਈ ਤੇ ਸਿਰਫ ਔਰ ਸਿਰਫ ਆਪਣੇ ਵੋਟ ਬੈਂਕ ਨੂੰ ਸਟਰੋਂਗ ਕਰਨ ਦੇ ਲਈ ਚੰਡੀਗੜ੍ਹ ਦਾ ਮੁੱਦਾ ਨਾ ਹੱਲ ਕਰਨਾ ਚਾਹੁੰਦੇ ਨੇ, ਨਾ ਹੀ ਕਦੇ ਹੱਲ ਹੋ ਸਕਦਾ ਹੈ, ਕਿਉਂਕਿ ਦੋਏ ਰਾਜ ਪਹਿਲਾਂ ਹੀ ਛੱਡ ਕੇ ਦੇ ਦਿੱਤੇ ਨੇ। ਤੇ ਇਹ ਗੱਲ ਕਹਿੰਦੇ ਹੋਏ ਸਾਫ਼ ਇਨਕਾਰ ਕਰਤਾ ਹੈ ਵੀ ਸਿਰਫ ਔਰ ਸਿਰਫ ਚੰਡੀਗੜ੍ਹ ਦੀ ਜ਼ਮੀਨ, ਚੰਡੀਗੜ੍ਹ ਦੇ ਪਾਰਕ, ਚੰਡੀਗੜ੍ਹ ਦੀਆਂ ਇਮਾਰਤਾਂ ਸਾਡੀਆਂ ਨੇ, ਉੱਥੋਂ ਦੇ ਲੋਕ ਸਾਡੇ ਨੇ। ਸੋਹਣਕੀ ਸਾਹਿਬ, ਤੁਸੀਂ ਸਾਡੇ ਨਾਲ ਅੱਜ ਦੇ ਪ੍ਰੋਗਰਾਮ ਵਿੱਚ ਜੁੜੇ, ਉਹਦੇ ਲਈ ਤੇ ਵਿਸ਼ੇਸ਼ ਜਾਣਕਾਰੀ ਦਿੱਤੀ, ਉਹਦਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ। ਇਹ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ, ਜਿਨ੍ਹਾਂ ਨੇ ਪੰਜਾਬ ਦੀ ਇੱਕ ਅਹਿਮ ਖਬਰ, ਜਿਸ ਖਬਰ ਦੇ ਉੱਪਰ ਅੱਜ ਪੂਰਾ ਦਿਨ ਚਰਚਾ ਹੁੰਦੀ ਰਹੀ, ਇਜਲਾਸ ਦੀ ਗੱਲ, ਤੇ ਇਜਲਾਸ ਦੇ ਵਿੱਚ ਵੀ ਸਿਰਫ ਇੱਕ ਟੌਪਿਕ, ਇੱਕ ਮੁੱਦਾ, ਚੰਡੀਗੜ੍ਹ ਦੀ ਗੱਲ, ਉਹਨੇ ਵਿਸਥਾਰ ਦੇ ਨਾਲ ਦੱਸਿਆ ਵੀ ਆਖਰ ਚੰਡੀਗੜ੍ਹ ਦਾ ਮੁੱਦਾ ਹੈ ਕੀ। ਜਿਵੇਂ ਕਿ ਮਨੋਹਰ ਲਾਲ ਖੱਟਰ ਦਾ ਬਿਆਨ ਆਇਆ ਵੀ 6 ਵਾਰ ਇਸ ਬਾਰੇ ਪਹਿਲਾਂ ਵੀ ਪੰਜਾਬ ਸਰਕਾਰ ਮਤਾ ਪਾਸ ਕਰ ਚੁੱਕੀ ਹੈ,
ਸੋ ਹੋਣਾ ਕੁਝ ਨਹੀਂ। ਉਹ ਕਲੀਅਰ ਇੰਡੀਕੇਸ਼ਨ ਦਿੰਦੇ ਹੋਏ ਨਜ਼ਰ ਆਏ ਨੇ ਵੀ ਆਖਰ ਸੱਚਾਈ ਕੀ ਹੈ। ਭਾਵੇਂ ਦੱਸਿਆ ਵੀ ਇਹ ਮੁੱਦਾ ਹੱਲ ਕਿਉਂ ਨਹੀਂ ਹੋਏਗਾ, ਲੇਕਿਨ ਅਣਖੀ ਸਰ ਨੇ ਬਿਲਕੁਲ ਸਹੀ ਤਰੀਕੇ ਨਾਲ ਐਨਾਲਿਸਿਸ ਕਰਨ ਦੀ ਕੋਸ਼ਿਸ਼ ਕੀਤੀ ਹੈ, ਚਰਚਾ ਕੀਤੀ ਇਸ ਮੁੱਦੇ ਉੱਪਰ ਵੀ ਆਖਰ ਚੰਡੀਗੜ੍ਹ ਕਿਉਂ ਪੰਜਾਬ ਨੂੰ ਨਹੀਂ ਮਿਲੇਗਾ, ਕਿਉਂ ਹਰਿਆਣੇ ਨੂੰ ਮਿਲੇਗਾ। ਤਾਂ ਉਹਨਾਂ ਦੁਆਰਾ ਕੀਤੀ ਹੋਈ ਚਰਚਾ, ਉਹਨਾਂ ਦੁਆਰਾ ਦਿੱਤੀ ਹੋਈ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ, ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਅਗਲੇ ਇੱਕ ਪ੍ਰੋਗਰਾਮ ਦੇ ਵਿੱਚ ਫਿਰ ਤੋਂ ਸਾਡੀ ਹੋਏਗੀ ਮੁਲਾਕਾਤ ਤੇ ਕਿਸੇ ਅਣਛੂਹੇ ਪਹਿਲੂ ਨੂੰ ਛੂਹਾਂਗੇ ਤੇ ਉਹਦੇ ਉੱਪਰ ਕਰਾਂਗੇ ਵਿਸਤਾਰ ਦੇ ਨਾਲ ਚਰਚਾ। ਉਦੋਂ ਤੱਕ ਸਾਨੂੰ ਦਿਓ ਇਜਾਜ਼ਤ। ਧੰਨਵਾਦ।